जद जुड़न लोकां नाल लोक वोटां नाल वोट बने तद लोकतंत्र दा सिस्टम मतदाता जुड़दे जान बने तद ऐसा नवा कनेक्शन मतदाता जंक्शन हैशटैग मतदाता जंक्शन हैशटैग मतदाता जंक्शन। ਹਰਮੇਲ ਸਿਆਂ ਸਤਿ ਸ੍ਰੀ ਅਕਾਲ। ਪੁੱਤ ਤੂੰ ਤਾਂ ਭਾਰਤੀ ਫੌਜ ਵਿੱਚ ਹਵਲਦਾਰ ਹੈ ਨਾ। ਆਪਦੇ ਘਰ ਤੋਂ ਦੂਰ ਰਹਿ ਕੇ ਤੂੰ ਦੇਸ਼ ਦੀ ਬੜੀ ਸੇਵਾ ਕੀਤੀ ਹੈ। ਤੂੰ ਤਾਂ ਪੋਸਟਲ ਬੈਲਟ ਨਾਲ ਵੀ ਮਤਦਾਨ ਕੀਤਾ ਹੋਏਗਾ ਨਾ। ਚਾਚਾ ਬਿਲਕੁਲ ਕੀਤਾ ਆ। ਪਿਛਲੀਆਂ ਲੋਕ ਸਭਾ ਚੋਣਾਂ ਦੇ ਟਾਈਮ ਮੈਂ ਭਾਰਤ ਮਿਆਂਮਾਰ ਦੀ ਸਰਹੱਦ 'ਤੇ ਤੈਨਾਤ ਸੀ। ਮੈਨੂੰ ਲੱਗਾ ਵੀ ਇਸ ਵਾਰ ਵੋਟਿੰਗ ਦੇ ਟਾਈਮ ਪਿੰਡ ਨਹੀਂ ਜਾ ਸਕਾਂਗਾ, ਤਾਂ ਫਿਰ ਵੋਟਿੰਗ ਦਾ ਮੌਕਾ ਤਾਂ ਹੱਥੋਂ ਗਿਆ। ਚਾਚਾ ਬਾਰਡਰ ਉੱਤੇ ਚੌਕਸੀ ਤਾਂ ਰਹਿੰਦੀ ਆ, ਤਾਂ ਆਪਣੇ ਦਿਲ ਦਿਮਾਗ ਤੇ ਇੱਕੋ ਹੀ ਜਨੂਨ ਰਹਿੰਦਾ, ਬਾਰਡਰ ਕੀ ਹਿਫਾਜ਼ਤ। ਪਰ ਸੰਜੋਗ ਹੀ ਕਹਿਲਾ ਚਾਚਾ ਕਿ ਫਿਰ ਵੀ ਮੈਨੂੰ ਵੋਟ ਪਾਣੇ ਦਾ ਮੌਕਾ ਮਿਲ ਹੀ ਗਿਆ। ਅੱਛਾ ਤਾਂ ਜ਼ਰਾ ਸਾਨੂੰ ਵੀ ਦੱਸ ਦੇ ਬਈ, ਪੋਸਟਲ ਬੈਲਟ ਨਾਲ ਤੂੰ ਮਤਦਾਨ ਕਿਵੇਂ ਕੀਤਾ ਸੀ? ਲੱਖੇ ਚਾਚੇ, ਮੈਨੂੰ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਸਿਸਟਮ ਤੋਂ ਆਪਣਾ ਮੈਨੇ ਬੈਲਟ ਪੇਪਰ ਲਿਆ। ਮੈਨੂੰ ਅਲੱਗ ਤੋਂ ਪੋਸਟ ਰਾਹੀਂ ਇੱਕ ਖਾਸ ਕੋਡ ਵੀ ਦਿੱਤਾ ਗਿਆ, ਬਿਲਕੁਲ ਉੱਦਾਂ ਜਿਵੇਂ ATM ਦੇ ਨਾਲ ਇੱਕ ਪਿੰਨ ਵਾਲਾ ਲਿਫਾਫਾ ਆਤਾ ਹੈ। ਉਸ ਕੋਡ ਦੀ ਮਦਦ ਨਾਲ ਮੈਂ ਆਪਣੀ ਈਮੇਲ ਤੋਂ ਭੇਜਿਆ ਗਿਆ ਬੈਲਟ ਡਾਊਨਲੋਡ ਕਰ ਲਿਆ ਤੇ ਫਿਰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਮ ਤੇ ਮੋਹਰ ਲਾ ਕੇ ਆਪਣੇ ਰਿਟਰਨਿੰਗ ਅਫਸਰ ਕੋਲ ਭੇਜ ਦਿੱਤਾ। ਇਸ ਪੂਰੀ ਪ੍ਰਕਿਰਿਆ ਕੋ ਸਮਝਣੇ ਵਾਸਤੇ ਉਥੋਂ ਦੇ ਲੋਕਲ ਪੋਲਿੰਗ ਆਫਿਸਰ ਨੇ ਮੈਨੂੰ ਤਕਨੀਕੀ ਜਾਣਕਾਰੀ ਦਿੱਤੀ ਸੀ। ਚਾਚਾ इस मुल्क की तामीर में तेरा खून भी है, तेरी कुर्बानियां भी। याद रखना कि मुल्क ये महफूज है क्योंकि तू है इस मुल्क का जर्रा जर्रा कर्जदार है तेरा। तेरे खून की हर एक बूंद से तूने इसे संवारा, तेरे मुल्क को हरदम तेरा साथ है जरूरी। तेरी आवाज भी जरूरी, तेरा वोट भी। सरहद ते बैठे अपने वोट दे अधिकार दा इस्तेमाल करना किन्ना रोमांचक ਰਿਹਾ ਹੋਵੇਗਾ। ਹਾਂ ਭਾਰਤੀ, ਬਿਲਕੁਲ ਠੀਕ ਕਿਹਾ ਤੁਸੀਂ। ਨਮਸਕਾਰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਤਦਾਤਾ ਜੰਕਸ਼ਨ ਵਿੱਚ। ਮੈਂ ਹਾਂ ਭਾਰਤੀ ਤੇ ਮੇਰੇ ਨਾਲ ਨੇ ਭਾਰਤ। ਨਮਸਕਾਰ ਦੋਸਤੋ, ਪ੍ਰੋਗਰਾਮ ਮਤਦਾਤਾ ਜੰਕਸ਼ਨ 'ਚ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਹਰ ਹਫ਼ਤੇ ਮਤਦਾਨ ਤੇ ਮਤ ਦੇ ਅਧਿਕਾਰ ਨਾਲ ਜੁੜੀਆਂ ਢੇਰ ਸਾਰੀਆਂ ਜਾਣਕਾਰੀਆਂ। ਪ੍ਰੋਗਰਾਮ ਦੇ ਸ਼ੁਰੂ 'ਚ ਹੀ ਤੁਸੀਂ ਸਾਡੇ ਫੌਜੀ ਜਵਾਨ ਤੇ ਲੱਖੇ ਚਾਚੇ ਦੀ ਗੱਲਬਾਤ ਸੁਣੀ ਤੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ। ਅੱਜ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੋਸਟਲ ਬੈਲਟ ਦੇ ਬਾਰੇ ਵਿੱਚ, ਇਸ ਦੇ ਇਸਤੇਮਾਲ ਦੇ ਬਾਰੇ ਤੇ ਨਾਲ ਹੀ ਇਸ ਦੇ ਤਰੀਕੇ ਦੇ ਬਾਰੇ 'ਚ। ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਪੋਸਟਲ ਬੈਲਟ ਹੁੰਦਾ ਕੀ ਹੈ। ਇਸ ਖਾਸ ਜਾਣਕਾਰੀ ਤੋਂ ਇਲਾਵਾ ਵੋਟ ਪਾਉਣ ਦੇ ਤੁਹਾਡੇ ਅਧਿਕਾਰਾਂ ਨਾਲ ਜੁੜਿਆ ਇੱਕ ਸਵਾਲ ਵੀ ਅਸੀਂ ਤੁਹਾਨੂੰ ਪੁੱਛਾਂਗੇ ਤੇ ਤੁਹਾਡੀ ਲਿਖੀ ਕੋਈ ਕਵਿਤਾ ਜਾਂ ਗੀਤ ਨੂੰ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਅੱਜ ਸਾਡੇ ਨਾਲ ਪਹਿਲਾਂ ਤੋਂ ਹੀ ਮੌਜੂਦ ਨੇ ਚੁਣਾਵੀ ਚਾਚਾ, ਜੋ ਮਤਦਾਤਾਵਾਂ ਦੇ ਹਰੇਕ ਸਵਾਲ ਦਾ ਜਵਾਬ ਚੁਟਕੀਆਂ 'ਚ ਦੇ ਦਿੰਦੇ ਨੇ। ਨਮਸਕਾਰ ਚਾਚਾ ਜੀ। ਨਮਸਕਾਰ ਚਾਚਾ ਜੀ। ਨਮਸਕਾਰ 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 ਬੱਚਿਓ। ਹੋਰ ਸੁਣਾਓ, ਕੀ ਹਾਲ ਚਾਲ ਹੈ, ਕੀ ਹੋ ਰਿਹਾ ਹੈ? ਤੇ ਸਾਡੀ ਸਹਿਯੋਗੀ ਕਲਪਨਾ ਵੀ ਸਾਡੇ ਨਾਲ ਹੀ ਹੈ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਸਾਰਿਆਂ ਨੂੰ ਨਮਸਕਾਰ। ਬਈ ਕੀ ਗੱਲਬਾਤ ਚੱਲ ਰਹੀ ਹੈ ਅੱਜ? ਕਲਪਨਾ, ਅੱਜ ਗੱਲ ਕਰ ਰਹੇ ਹਾਂ ਡਾਕ ਰਾਹੀਂ ਵੋਟ ਦੇ ਬਾਰੇ। ਅੱਜ ਸਮਝਾਂਗੇ ਇਸ ਪੂਰੀ ਪ੍ਰਕਿਰਿਆ ਨੂੰ। ਚਾਚਾ ਜੀ, ਬੂਥ ਤੇ ਜਾ ਕੇ ਵੋਟ ਪਾਉਣਾ ਤਾਂ ਕੋਈ ਵੱਡੀ ਗੱਲ ਨਹੀਂ ਹੈ, ਪਰ ਇਸ ਡਾਕ ਮਤ ਦਾ ਮਤਲਬ ਕੀ ਹੁੰਦਾ ਹੈ? ਕਿ ਡਾਕ ਰਾਹੀਂ ਭੇਜੇ ਗਏ ਬੈਲਟ ਨੂੰ ਪੋਸਟਲ ਬੈਲਟ ਕਹਿੰਦੇ ਨੇ। ਕੀ ਤੁਸੀਂ ਵੀ ਇਸ ਤਰੀਕੇ ਨਾਲ ਮਤਦਾਨ ਕਰ ਸਕਦੇ ਹਾਂ? ਬਸ ਇੰਨੀ ਕੀ ਗੱਲ? ਇੰਨੀ ਕੁ ਗੱਲ ਤੁਹਾਡੇ ਵਾਸਤੇ ਹੋਵੇਗੀ, ਸਾਡੇ ਲਈ ਤਾਂ ਇਹ ਬੜੀ ਵੱਡੀ ਗੱਲ ਹੈ। ਜਲਦੀ ਦੱਸੋ ਨਾ ਪਲੀਜ਼। ਓ ਪਲੀਜ਼ ਕਾਹਦਾ ਬੇਟੇ, ਦੱਸਦਾ। ਦੇਖੋ ਬੇਟਾ, ਵੈਸੇ ਤੂੰ ਇੰਨਾ ਤਾਂ ਜਾਣਦੀ ਹੀ ਹੈ ਕਿ ਆਪਣੇ ਆਸ-ਪਾਸ ਕੁਝ ਲੋਕ ਐਸੇ ਹੁੰਦੇ ਨੇ ਜੋ ਵੋਟ ਪਾਉਣ ਆਪਣੇ ਪਿੰਡ ਜਾਂ ਸ਼ਹਿਰ ਨਹੀਂ ਜਾ ਸਕਦੇ।
ਜਿਵੇਂ ਸਾਡੇ ਫੌਜੀ ਭਰਾ, ਚੋਣ ਡਿਊਟੀ ਤੇ ਤੈਨਾਤ ਕਰਮਚਾਰੀ, ਦੇਸ਼ ਤੋਂ ਬਾਹਰ ਕੰਮ ਕਰ ਰਹੇ ਸਰਕਾਰੀ ਅਧਿਕਾਰੀ ਜਾਂ ਉਹਨਾਂ ਦੇ ਪਾਰਟਨਰ। ਐਸੇ ਲੋਕ ਆਪਣੀ ਜਗ੍ਹਾ ਤੇ ਜਾ ਕੇ ਵੋਟ ਨਹੀਂ ਪਾ ਸਕਦੇ ਜਿੱਥੋਂ ਦੀ ਵੋਟਰ ਲਿਸਟ 'ਚ ਉਹਨਾਂ ਦਾ ਨਾਂ ਹੁੰਦਾ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ ਐਸੇ ਲੋਕਾਂ ਨੂੰ ਚੋਣਾਂ ਵਿੱਚ ਪੋਸਟਲ ਬੈਲਟ, ਜਿਹਨੂੰ ਡਾਕ ਮਤ ਪੱਤਰ ਵੀ ਕਹਿੰਦੇ ਨੇ, ਇਸੇ ਮਤ ਪੱਤਰ ਨਾਲ ਮਤਦਾਨ ਵਿੱਚ ਹਿੱਸਾ ਲਿਆ ਜਾ ਸਕਦਾ ਹੈ ਤੇ ਨਾਲ ਹੀ 80 ਸਾਲ ਤੋਂ ਵੱਧ ਉਮਰ ਦੇ ਵੋਟਰ ਤੇ ਦਿਵਿਆਂਗ ਵਿਅਕਤੀ ਵੀ ਇਸ 'ਚ ਸ਼ਾਮਲ ਕੀਤੇ ਗਏ ਹੈ। ਪਰ ਉਮਰ ਦਰਾਜ਼ ਤੇ ਦਿਵਿਆਂਗ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਖਾਸ ਗੱਲ ਇਹ ਹੈ ਕਿ ਜ਼ਰੂਰੀ ਸੇਵਾਵਾਂ 'ਚ ਜੁਟੇ ਕਰਮਚਾਰੀਆਂ ਤੇ ਨਾਲ ਹੀ ਕੋਵਿਡ ਤੋਂ ਪੀੜਤ ਵਿਅਕਤੀਆਂ ਨੂੰ ਵੀ ਇਸ ਸਹੂਲਤ ਨਾਲ ਜੋੜਿਆ ਗਿਆ ਹੈ। ਐਸੇ ਮਤਦਾਤਾ ਐਬਸੈਂਟੀ ਕੈਟਾਗਰੀ ਦੇ ਮਤਦਾਤਾ ਕਹੇ ਜਾਂਦੇ ਨੇ। ਬਈ ਵਾਹ, ਯਾਨੀ ਦੇਸ਼ ਦਾ ਕੋਈ ਇੱਕ ਵੀ ਨਾਗਰਿਕ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਏ, ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਬਿਲਕੁਲ ਸਹੀ ਕਿਹਾ, ਬਿਲਕੁਲ। ਕਿਉਂਕਿ ਇਹ ਸਮਝਣ ਦੀ ਗੱਲ ਹੈ ਕਿ ਤੁਹਾਡੀ ਇੱਕ ਵੋਟ ਵੀ ਮਾਇਨੇ ਰੱਖਦੀ ਹੈ ਤੇ ਹਰੇਕ ਵੋਟ ਦੀ ਆਪਣੀ ਤਾਕਤ ਹੈ। ਪੋਸਟਲ ਬੈਲਟ ਵੀ ਓਨਾ ਹੀ ਮਾਇਨੇ ਰੱਖਦਾ ਹੈ ਜਿੰਨੀ ਇੱਕ ਆਮ ਵੋਟ ਜੋ ਬੂਥ ਵਿੱਚ EVM ਦਾ ਬਟਨ ਦਬਾ ਕੇ ਪਾਈ ਜਾਂਦੀ ਹੈ। ਪਰ ਇਹ ਕਿਵੇਂ ਪਤਾ ਲੱਗਦਾ ਏ ਕਿ ਜਿਹੜਾ ਮਤ ਪੱਤਰ ਆਇਆ ਏ ਉਹ ਸਹੀ ਹੈ ਜਾਂ ਗਲਤ? ਬੇਟੇ, ਇਹਦੇ ਲਈ ਹਰੇਕ ਮਤ ਪੱਤਰ ਵਿੱਚ ਇੱਕ QR ਕੋਡ ਹੁੰਦਾ ਹੈ। ਗਿਣਤੀ ਤੋਂ ਪਹਿਲਾਂ ਹਰੇਕ QR ਕੋਡ ਨੂੰ ਚੈੱਕ ਕੀਤਾ ਜਾਂਦਾ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਉਹ ਪੋਸਟਲ ਬੈਲਟ ਚੋਣ ਕਮਿਸ਼ਨ ਵੱਲੋਂ ਭੇਜਿਆ ਗਿਆ ਹੈ ਕਿ ਨਹੀਂ, ਤੇ ਇਸ ਦੀ ਤਸਦੀਕ ਹੋਣ ਤੋਂ ਬਾਅਦ ਉਸ 'ਚ ਦਰਜ ਵੋਟ ਨੂੰ ਗਿਣ ਲਿਆ ਜਾਂਦਾ ਹੈ। ਚਾਚਾ ਜੀ, ਪੋਸਟਲ ਬੈਲਟ ਦੇ ਬਾਰੇ 'ਚ ਹੋਰ ਵੀ ਦੱਸੋ ਨਾ। ਬੇਟੇ, ਇੰਨਾ ਕੁਝ ਤਾਂ ਦੱਸ ਦਿੱਤਾ, ਬਾਕੀ ਦੱਸਣਗੇ ਹੁਣ ਪੋਸਟਲ ਬੈਲਟ ਦੇ ਬਾਰੇ 'ਚ ਦੇਸ਼ ਦੇ ਚੋਣ ਆਯੋਗ ਦੇ ਸੀਨੀਅਰ ਪ੍ਰਿੰਸੀਪਲ ਸੈਕਟਰੀ ਸ਼੍ਰੀ NN बुटोलिया जी। आओ सुनते हैं। जहाँ चाहे वहाँ राह, इसी भावना से भारत निर्वाचन आयोग की हर संभव कोशिश है कि जब मतदाता पोलिंग बूथ तक पहुंचकर मतदान करने में असमर्थ हो, तब पोलिंग बूथ मतदाता के पास स्वयं पहुंचकर उसका मत प्राप्त करने की सुविधा दे। ऐसा होता है पोस्टल बैलेट के माध्यम से वोट देकर। ये अधिकार चुनाव नियमावली 1961 के द्वारा दिया गया है। भारत निर्वाचन आयोग द्वारा जारी दिशा निर्देशों के अंतर्गत चुनाव संचालन संशोधन अधिनियम 2019 के द्वारा विशेष कारणवश अनुपस्थित मतदाताओं को पोस्टल बैलेट पेपर के द्वारा मतदान की वैकल्पिक सुविधा दी गई है। पोस्टल बैलेट पेपर से मतदान करने की सुविधा विशेष श्रेणी के उन मतदाताओं को दी जाती है जो लोग मतदान के दिन वैध कारणों से बूथ पर वोट देने में अनुपस्थित या असमर्थ होते हैं। पोस्टल बैलेट पेपर के माध्यम का उपयोग कर वोट डालने की श्रेणी में 80 वर्ष के ऊपर के वरिष्ठ नागरिक, 40% की विकलांगता से अधिक दिव्यांगजन और इसेंशियल सर्विस के कारण अनुपस्थित सेवकों तथा कोविड के रोगियों, इन 4 प्रकार के मतदाताओं के लिए सरल तथा सहज मताधिकार प्रयोग करने के लिए पोस्टल बैलेट पेपर की सुविधा प्रदान की गई है। ਇਹ ਤਾਂ ਬੜੀ ਅੱਛੀ ਜਾਣਕਾਰੀ ਦਿੱਤੀ ਹੈ ਸ਼੍ਰੀ NN ਬੁਟੋਲੀਆ ਜੀ ਨੇ। ਚਾਚਾ ਜੀ, ਹੁਣ ਸਰੋਤਿਆਂ ਨੂੰ ਇਹ ਵੀ ਦੱਸ ਦਿਓ ਕਿ ਪੋਸਟਲ ਵੋਟ ਪਾਉਂਦੇ ਕਿਵੇਂ ਨੇ। ਪੂਰੀ ਪ੍ਰਕਿਰਿਆ ਬਿਲਕੁਲ ਸੁਰੱਖਿਅਤ ਤੇ ਲੁਕਮੀ ਰਹੇ, ਇਸ ਵਾਸਤੇ ਕੋਈ ਪ੍ਰੋਵੀਜ਼ਨ ਹੈਗਾ ਏ? ਬਿਲਕੁਲ ਹੈਗਾ ਜੀ। ਉਹ ਜਿਹੜੀ ਈਮੇਲ ਵੋਟਰ ਨੂੰ ਭੇਜੀ ਜਾਂਦੀ ਹੈ ਉਸ ਨੂੰ ਦਿੱਤੇ ਗਏ ਪਿੰਨ ਨਾਲ ਖੋਲ੍ਹਿਆ ਜਾਂਦਾ ਹੈ। ਇਸ ਤਰ੍ਹਾਂ ਮਤਦਾਤਾ ਵੱਲੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦੇ ਕੇ ਇਸ ਪੋਸਟਲ ਬੈਲਟ ਨੂੰ ਡਾਕ ਜਾਂ ਇਲੈਕਟ੍ਰੋਨਿਕ ਤਰੀਕੇ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਵੋਟਰ ਜਿਹੜੇ ਚੋਣ ਹਲਕੇ 'ਚ ਵੋਟ ਪਾਉਣ ਲਈ ਯੋਗ ਹੈ, ਉਹਦੀ ਵੋਟ ਉਸੇ ਹਲਕੇ ਦੀ ਮਤਗਣਨਾ 'ਚ ਗਿਣੀ ਜਾਂਦੀ ਹੈ। ਬਿਲਕੁਲ ਸਹੀ ਕਿਹਾ ਤੁਸੀਂ ਚਾਚਾ ਜੀ। ਪ੍ਰੋਗਰਾਮ ਦੇ ਸ਼ੁਰੂ 'ਚ ਲੱਖੇ ਚਾਚੇ ਤੇ ਹਰਮੇਲ ਸਿੰਘ ਫੌਜੀ ਇਸੇ ਦਾ ਹੀ ਤਾਂ ਜ਼ਿਕਰ ਕਰ ਰਹੇ ਸੀ। ਪਰ ਚਾਚਾ ਜੀ, ਜਿਹੜੇ ਇਲਾਕੇ 'ਚ ਮੇਲ ਦੇ ਜ਼ਰੀਏ ਪੋਸਟਲ ਬੈਲਟ ਨਹੀਂ ਭੇਜਿਆ ਜਾ ਸਕਦਾ, ਉੱਥੇ ਫਿਰ ਕੀ ਕਰੀਏ? ਬਈ ਉੱਥੇ ਡਾਕ ਦੇ ਜ਼ਰੀਏ ਪੋਸਟਲ ਬੈਲਟ ਭੇਜਿਆ ਜਾਂਦਾ। ਅੱਛਾ। ਚਾਚਾ ਜੀ, ਇਹ ਵੀ ਦੱਸ ਦਿਓ ਕਿ ਪੋਸਟਲ ਬੈਲਟ ਵਾਸਤੇ ਰਜਿਸਟ੍ਰੇਸ਼ਨ ਕਿਵੇਂ ਕੀਤਾ ਜਾਂਦਾ ਹੈ? ਦੇਖੋ, ਗੈਰ ਹਾਜ਼ਰ ਮਤਦਾਤਾ ਨੂੰ ਖੁਦ ਨਾਲ ਜੁੜੇ ਸਾਰੇ ਵੇਰਵੇ ਦਿੰਦੇ ਹੋਏ ਫਾਰਮ 12D ਭਰ ਕੇ ਆਪਣੇ ਇਲਾਕੇ ਦੇ ਰਿਟਰਨਿੰਗ ਅਫੀਸਰ ਨੂੰ ਦੇਣਾ ਹੁੰਦਾ ਹੈ। ਫਾਰਮ 12D ਤੁਹਾਡੇ ਇਲਾਕੇ ਦੇ BLO ਯਾਨੀ ਬੂਥ ਲੈਵਲ ਅਫੀਸਰ ਤੋਂ ਮਿਲਦਾ ਹੈ। ਇਹਨੂੰ ਭਰ ਕੇ
ਇਹਦੇ ਨਾਲ ਸੰਬੰਧਿਤ ਸਰਟੀਫਿਕੇਟ ਵੀ ਅਟੈਚ ਕਰਨਾ ਹੁੰਦਾ ਹੈ। ਜਿਵੇਂ ਜੇ ਕੋਈ ਵੋਟਰ ਪਰਸਨ ਵਿਦ ਡਿਸਐਬਿਲਿਟੀ ਮਤਲਬ ਦਿਵਿਆਂਗ ਵਰਗ ਦੇ ਤਹਿਤ ਆਉਂਦਾ ਹੈ ਤਾਂ ਉਹਨੂੰ ਆਪਣੀ ਅਰਜ਼ੀ ਦੇ ਨਾਲ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਅਧਿਨਿਯਮ 2016 ਤਹਿਤ ਸੰਬੰਧਿਤ ਸਰਕਾਰੀ ਦਫ਼ਤਰ ਵੱਲੋਂ ਪ੍ਰਾਪਤ ਵਿਕਲਾਂਗਤਾ ਪ੍ਰਮਾਣ ਪੱਤਰ ਦੀ ਇੱਕ ਕਾਪੀ ਦੇਣੀ ਪੈਂਦੀ ਹੈ। ਤੇ ਚਾਚਾ ਜੀ BLO ਕੋਲੋਂ ਫਾਰਮ 12D ਕਦੋਂ ਤੇ ਕਿਵੇਂ ਲਿਆ ਜਾ ਸਕਦਾ ਹੈ? ਦੇਖੋ ਜੀ, ਨਿਯਮ ਦੇ ਮੁਤਾਬਕ BLO ਰਿਟਰਨਿੰਗ ਅਫੀਸਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ 12D ਵੰਡਦਾ ਹੈ। ਇਸ ਤੋਂ ਇਲਾਵਾ ਫਾਰਮ 12D ਦੀ ਕਾਪੀ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਸੰਬੰਧਿਤ ਸੂਬੇ ਦੇ ਚੀਫ ਇਲੈਕਟੋਰਲ ਅਫੀਸਰ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। 5 ਦਿਨਾਂ ਦੇ ਅੰਦਰ ਅਰਜ਼ੀ ਸੰਬੰਧਿਤ ਰਿਟਰਨਿੰਗ ਅਫੀਸਰ ਨੂੰ ਦੇਣੀ ਹੁੰਦੀ ਹੈ। ਤੇ ਫਾਰਮ 12D ਜਮ੍ਹਾਂ ਹੋਣ ਤੋਂ ਬਾਅਦ ਕੀ ਹੋਵੇਗਾ ਚਾਚਾ ਜੀ? ਫਾਰਮ 12D ਸਵੀਕਾਰ ਹੋ ਜਾਣ ਤੋਂ ਬਾਅਦ ਇਸ ਦੀ ਜਾਣਕਾਰੀ ਮਾਨਤਾ ਪ੍ਰਾਪਤ ਰਾਜਨੀਤਿਕ ਦਲਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਮਤਲਬ ਸਭ ਕੁਝ ਪਾਰਦਰਸ਼ੀ ਰਹਿੰਦਾ ਹੈ। ਚਾਚਾ ਜੀ, ਕੋਰੋਨਾ ਦੇ ਮਰੀਜ਼ਾਂ ਨੂੰ ਕਿਹੜੀ ਰਿਆਇਤ ਦਿੱਤੀ ਗਈ ਹੈ? ਦੇਖੋ, ਕੋਰੋਨਾ ਸੰਕਰਮਿਤ ਨੂੰ ਆਪਣੇ ਹਸਪਤਾਲ ਤੋਂ ਮੈਡੀਕਲ ਸਰਟੀਫਿਕੇਟ ਬਣਵਾ ਕੇ ਰਿਟਰਨਿੰਗ ਅਫੀਸਰ ਨੂੰ ਦੇਣਾ ਹੁੰਦਾ ਹੈ। ਤੇ ਚਾਚਾ ਜੀ, ਪੋਸਟਲ ਬੈਲਟ ਦੀ ਗਿਣਤੀ ਦਾ ਤਰੀਕਾ ਕੀ ਹੈ? ਦੇਖੋ, ਜਦੋਂ ਵੀ ਕਿਸੇ ਚੋਣ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ EVM 'ਚ ਦਰਜ ਵੋਟਾਂ ਦੀ ਗਿਣਤੀ ਹੁੰਦੀ ਹੈ। ਚਾਚਾ ਜੀ, ਤੁਸੀਂ ਸਾਨੂੰ ਪੋਸਟਲ ਬੈਲਟ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਸ਼ੁਕਰੀਆ। ਸ਼ੁਕਰੀਆ ਕਰ ਮੇਰਾ ਫਰਜ਼ ਹੈ। ਕਲਪਨਾ, ਹੁਣ ਵਾਰੀ ਹੈ ਸਾਡੇ ਸਰੋਤਿਆਂ ਦੀ ਹਿੱਸੇਦਾਰੀ ਦੀ। ਜੀ ਬਿਲਕੁਲ ਸਹੀ ਫਰਮਾਇਆ। ਮਤਦਾਨ ਨਾਲ ਜੁੜੇ ਕਿਸੇ ਵੀ ਵਿਸ਼ੇ ਤੇ ਸਰੋਤਿਆਂ ਦੇ ਲਿਖੇ ਕੋਈ ਗੀਤ ਜਾਂ ਕਵਿਤਾ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਉਹਨਾਂ ਦੀ ਹੀ ਆਵਾਜ਼ 'ਚ ਰਿਕਾਰਡਡ 1 ਮਿੰਟ ਦੀ ਇਹ ਪੇਸ਼ਕਸ਼ ਮਤਦਾਨ ਤੇ ਮਤਦਾਨ ਦੇ ਅਧਿਕਾਰਾਂ ਨੂੰ ਜਾਣਨ ਵਾਸਤੇ ਸਾਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰਦੀ ਹੈ। ਇਸ ਵਾਰ ਸਾਡੀ ਨਿਰਣਾਇਕ ਟੋਲੀ ਨੇ ਅਹਿਮਦਾਬਾਦ ਦੀ ਕਵਿਤਰੀ ਪ੍ਰੀਤੀ ਅਗਿਆਤ ਜੈਨ ਦੀ ਭੇਜੀ ਗਈ ਇੱਕ ਕਵਿਤਾ ਦੀ ਚੋਣ ਕੀਤੀ ਹੈ। ਸੁਣਦੇ ਹਾਂ ਜੀ ਫਿਰ ਪ੍ਰੀਤੀ ਅਗਿਆਤ ਜੈਨ ਦੀ ਕਵਿਤਾ ਉਹਨਾਂ ਦੀ ਹੀ ਜ਼ੁਬਾਨੀ। देश प्रथम है, इसी भावना का हम तुम सम्मान करें। सभी प्रश्न के हल होंगे जो मिलकर हम मतदान करें। तुम याद रखो कि परिवर्तन का दौर जहाँ भी आया, उस समय नागरिक ने मत दे अपना कर्तव्य निभाया। जब जागरूक हो मतदाता तो वही चुनौती लाता, हर एक वोट इस मतगणना में अपना धर्म निभाता। अपने सपनों के भारत का निर्माण अगर करना है तो लोकतंत्र का ध्वज फहरा मतदान तुम्हें करना है। तो लोकतंत्र का ध्वज फहरा मतदान तुम्हें करना है। धन्यवाद। ਦੋਸਤੋ, ਤੁਸੀਂ ਵੀ ਆਪਣੀ ਕਵਿਤਾ ਜਾਂ ਗੀਤ ਸਾਨੂੰ ਇਸ WhatsApp ਨੰਬਰ ਤੇ ਭੇਜ ਸਕਦੇ ਹੋ। ਸਾਡਾ WhatsApp ਨੰਬਰ ਹੈ 9999031950। ਤੇ ਹੁਣ ਵਾਰੀ ਹੈ ਪਿਛਲੇ ਐਪੀਸੋਡ 'ਚ ਪੁੱਛੇ ਗਏ ਸਵਾਲ ਤੇ ਉਸ ਦੇ ਸਹੀ ਜਵਾਬ ਦੀ। ਤੇ ਇਹਦੇ ਵਾਸਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਡੇ ਕੁਇਜ਼ ਯਾਨੀ ਸਵਾਲ ਜਵਾਬ ਸੈਕਸ਼ਨ 'ਚ। ਪਿਛਲੇ ਮਤਦਾਤਾ ਕੁਇਜ਼ ਦਾ ਸਾਡਾ ਸਵਾਲ ਸੀ ਕਿ ਹੁਣ ਤੱਕ ਕਿੰਨੀਆਂ ਰਾਸ਼ਟਰੀ ਪਾਰਟੀਆਂ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਹਨ। ਇਸ ਸਵਾਲ ਦਾ ਸਹੀ ਜਵਾਬ ਹੈ 8, ਯਾਨੀ 8 ਰਾਸ਼ਟਰੀ ਪਾਰਟੀਆਂ। ਇਸ ਸਵਾਲ ਦੇ ਜਵਾਬ 'ਚ ਸਾਨੂੰ ਅਣਗਿਣਤ WhatsApp ਮੈਸੇजेस ਮਿਲੇ ਨੇ ਤੇ ਇਹਨਾਂ ਸਾਰੇ ਜਵਾਬ ਭੇਜਣ ਵਾਲਿਆਂ ਵਿੱਚੋਂ ਲੱਕੀ ਵਿਜੇਤਾ ਨੇ ਅਸਾਮ ਦੇ ਨਲਬਾਰੀ ਜ਼ਿਲ੍ਹੇ ਦੇ ਸਾਨੇਕੁਚੀ ਪੋਸਟ ਆਫਿਸ ਦੇ ਪਿੰਡ ਊਰਨ ਕਾਂਦੇਵ ਦੇ ਰਹਿਣ ਵਾਲੇ ਵਿਸ਼ਵਜੀਤ ਪਟਵਾਰੀ। ਵਿਸ਼ਵਜੀਤ ਪਟਵਾਰੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਤੁਹਾਡਾ ਇਨਾਮ ਬਹੁਤ ਜਲਦੀ ਭਾਰਤੀ ਚੋਣ ਕਮਿਸ਼ਨ ਵੱਲੋਂ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਏਗਾ। ਤੇ ਹੁਣ ਸਾਡੇ ਅੱਜ ਦੇ ਐਪੀਸੋਡ ਦਾ ਸਵਾਲ ਹੈ ਕਿ ਫਾਰਮ 12D ਕਿੱਥੋਂ ਮਿਲਦਾ ਹੈ? ਫਾਰਮ 12D ਕਿੱਥੋਂ ਮਿਲਦਾ ਹੈ? ਸਹੀ ਜਵਾਬ ਭੇਜਣ ਵਾਸਤੇ ਸਾਡਾ WhatsApp ਨੰਬਰ ਹੈ 9990931950 ਤੇ ਤੁਹਾਡੇ ਜਵਾਬ ਆਉਂਦੇ ਸੋਮਵਾਰ ਤੱਕ ਸਾਡੇ ਕੋਲ ਪਹੁੰਚ ਜਾਣੇ ਚਾਹੀਦੇ ਨੇ। ਭਾਰਤੀ ਹੁਣ ਘੜੀ ਦੀ ਟਿਕ-ਟਿਕ ਕੁਝ ਇਸ਼ਾਰਾ ਕਰ ਰਹੀ ਹੈ ਤਾਂ ਅਗਲੇ ਹਫਤੇ ਇਸੇ ਵਕਤ ਅਸੀਂ ਮਿਲਾਂਗੇ ਇਸੇ ਮੀਟਿੰਗ ਪੁਆਇੰਟ ਮਤਦਾਤਾ ਜੰਕਸ਼ਨ ਤੇ। ਤਦ ਤੱਕ ਲਈ ਅਸੀਂ ਇੱਕ ਦੂਸਰੇ ਤੋਂ ਲੈਨੇ ਆ ਵਿਦਾ ਤੇ ਤੁਹਾਨੂੰ ਸਾਰਿਆਂ ਨੂੰ ਆਖਦੇ ਆ ਨਮਸਕਾਰ। मतदाता जंक्शन #मतदाता जंक्शन